ਮਨੁੱਖ ਜਾਤੀ ਦੀ ਮਨੁੱਖ ਜਾਤੀ ਸਜਾਤੀ ਹੈ ਤੇ ਪਸ਼ੂ ਪੰਛੀ ਪੇੜ ਪੌਦੇ ਆਦਿ ਦੁਜਾਤੀ ਹੈ ਤੇ ਦੁਜਾਤੀ ਨੂੰ ਦੁਜਾਤੀ ਚ ਆ ਗਿਆ ਚਾਰ ਖਾਣੀ ਦਾ ਜਗਤ। ਚਾਰ ਖਾਣੀ ਦੇ ਜਗਤ ਨੂੰ ਜਦੋਂ ਅਸੀਂ ਇੱਕ ਰੂਪ ਕਰਾਂਗੇ ਤਾਂ ਜਾ ਕਰਕੇ ਇਹ ਧਰਮ ਦੀਆਂ ਭਰਮ ਦੀਆਂ ਅਵਿਦਿਆ ਦੀਆਂ ਇਹ ਕੰਧਾਂ ਕੱਢੀਆਂ ਹੋਈਆਂ ਜਿਹੜੀਆਂ ਤਾਂ ਡਿੱਗਣਗੀਆਂ ਤੇ ਤਾਂ ਇਹ ਸਰੀਰ ਧਾਰੇ ਨੂੰ ਮੈਦਾਨ ਸਾਫ਼ ਹੋਣਾ ਹੈ। ਜਿੰਨਾ ਚਿਰ ਇੱਥੇ ਬੈਠਾ ਤਾਂ ਅਸੀਂ ਦੇਖੋ ਵੀ ਚਾਰ ਖਾਣੀ ਦੇ ਜਗਤ ਦਾ ਜਿਵੇਂ ਬਾਜਰਾ ਮਕਈ ਕਣਕ ਛੋਲੇ ਇਹ ਚਾਰੇ ਨਿਆਰੇ ਨਿਆਰੇ ਦੀਦੇ ਆ ਤੇ ਜਦੋਂ ਆਟਾ ਪਸਾ ਕਰਕੇ ਰਲਾ ਲੈਂਦੇ ਆ ਚਾਰਾਂ ਦਾ ਇੱਕ ਚੂਰਨ ਹੋ ਜਾਂਦਾ ਉਦੋਂ ਇਹ ਇੱਕ ਰੋਟੀ ਦੇ ਵਿੱਚ ਚਾਰੇ ਆ ਜਾਂਦੇ ਆ ਏਕਤਾ ਹੋ ਜਾਂਦੀ। ਇਹ ਚਾਰਾਂ ਖਾਣੀਆਂ ਦਾ ਜਿੰਨਾ ਚਿਰ ਚੂਰਨ ਨਹੀਂ ਬਣਾਉਂਦਾ ਇੱਕ ਨਹੀਂ ਕਰਦਾ ਉਹਨਾਂ ਚਿਰ ਇਹਦੇ ਲਈ ਦਿੱਲੀ ਦੂਰ ਪਈ ਹੈ ਜਿੱਥੇ ਮਰਜੀ ਭਟਕ ਆਵੇ। ਤਾਂ ਵੇਖਣ 'ਚ ਇਹ ਆਉਂਦਾ ਹੈ ਵੀ ਤਿੰਨ ਖਾਣੀਆਂ ਅਗਲੀਆਂ ਉਤਪਜ ਸਵੇਤਜ ਅੰਡਜ ਇਹ ਤਾਂ ਜੇ ਬਾਹਰ ਪਈਆਂ ਤੇ ਮਨੁੱਖ ਦੇ ਮਨੁੱਖ ਨਾਲ ਹੀ ਏਕਤਾ ਨਹੀਂ ਹੋ ਰਹੀ ਤਾਂ ਮਨੁੱਖ ਦਾ ਮਨੁੱਖ ਮੇ ਤਾਂ ਏਕਤਾ ਕਰੇ ਤਾਂ ਇਹ ਆਂਦਾ ਵੀ ਔਖੀ ਹੈ। ਤਾਂ ਇਹ ਔਖੀ ਹੈ ਜਿਹੜੀ ਤਾਂ ਇਹ ਤਾਂ ਕੁਛ ਵੀ ਔਖ ਨਹੀਂ ਗੀ। ਚਾਰ ਖਾਣੀ ਦੇ ਜਗਤ ਦਾ ਗੁਰਬਾਣੀ ਹੈ ਜਿਹੜੀ ਵੇਦਾਂਤ ਹੈ ਜਿਹੜਾ ਇਹ ਚਾਰ ਖਾਣੀ ਦੇ ਬੀਜ ਨਸ਼ਟ ਕਰਕੇ ਔਰ ਚਾਰ ਖਾਣੀ ਦੀਆਂ ਸ਼ਕਲਾਂ ਦਾ ਅਭਾਵ ਕਰਕੇ ਇੱਕ ਅਦੁੱਤੀ ਆਤਮਾ ਬਣਾ ਕੇ ਇਸ ਨੂੰ ਆਪਣੇ ਸਰੂਪ ਮੇਂ ਅਭੇਦ ਕਰ ਦਿੰਦਾ ਜਿਸ ਦੇ ਵਿੱਚ ਨਾ ਜਨਮ ਹੈ ਨਾ ਮਰਨ ਹੈ ਨਾ ਪੁੰਨ ਹੈ ਨਾ ਪਾਪ ਹੈ ਨਾ ਆਪਣਾ ਨਾ ਕੋਈ ਪਰਾਇਆ ਤਾਂ ਕੀ ਰਹਿ ਜਾਂਦਾ ਕਿ ਆਪ ਹੀ ਆਪ ਹੂੰ ਗੈਰ ਕਾ ਕੁਛ ਕਾਮ ਨਹੀਂ। ਜਦੋਂ ਗੈਰ ਦੂਜੇ ਦਾ ਅਸੀਂ ਦੂਜਾ ਮੰਨੀ ਬੈਠੇ ਤਾਂ ਕੀ ਕਿਹਾ ਵਿਚਾਰ ਸਾਗਰ ਦੇ ਵਿੱਚ ਪ੍ਰਕਿਰਿਆ ਆਉਂਦੀ ਹੈ। ਤੁਸੀਂ ਸਾਰਿਆਂ ਨੇ ਵਿਚਾਰ ਸਾਗਰ ਪੜ੍ਹੇ ਹੈ ਔਰ ਬਹੁਤ ਕੁਝ ਜਾਣਿਆ ਪੜ੍ਹਿਆ ਤੁਹਾਨੂੰ ਦੱਸਣ ਦੀ ਤਾਂ ਲੋੜ ਵੀ ਨਹੀਂ ਤੇ ਮੰਨਣਾ ਚਲੋ ਦੁਹਰਾ ਲੈਨੇ ਤਾਂ ਵਿਚਾਰ ਸਾਗਰ ਨੇ ਕਿਹਾ ਕਿ ਦੂਸਰਾ ਜੋ ਮਾਨਿਆ ਹੈ परमात्मा तुमने वो तुमको ਭੈ ਕਾ ਹੇਤु ਹੋਏਗਾ। ਦੂਜਾ ਤਾਂ ਤੁਸੀਂ ਬੰਦਾ ਤਾਂ ਭੈ ਦਾ ਹੋਣਾ ਹੀ ਹੈ। ਜੇ ਤੁਸੀਂ ਦੂਜਾ ਪਰਮਾਤਮਾ ਮੰਨਿਆ ਤਾਂ ਉਹ ਭੈ ਦਾ ਹੇਤु ਹੀ ਬਣੇਗਾ ਨਿਰਭੈ ਨਹੀਂ ਹੋ ਸਕਦਾ। ਤਾਂ ਇੱਥੋਂ ਅਸੀਂ ਇਹ ਵੇਖਣਾ ਵੀ ਇਹਦੇ ਵਿੱਚ ਸੁਰਤੀ ਸ਼ਾਸਤਰ ਕੀ ਕਹਿੰਦਾ ਬਾਣੀ ਨੇ ਕਿਹਾ ਇਹ ਭੇਦ ਹੈ ਕਿ ਅਕੇ ਆਪਨ ਕੋ ਦੀਰਘ ਕਰ ਮੰਨਣਾ ਜਿਹੜਾ ਕਹਿੰਦਾ ਲੈ ਅਸੀਂ ਉੱਚੇ ਆ ਤੇ ਤੁਸੀਂ ਨੀਚੇ ਆ ਤਾਂ ਉਹਨੂੰ ਪੁੱਛੋ ਜਿਹੜੇ ਅੱਗ ਪੁਰਸ਼ ਆ ਉਹ ਤਾਂ ਭਾਈ ਕਹਿਣਗੇ ਇਹ ਜਿਹੜੇ ਤੁਸੀਂ ਬਾਣੀ ਪੜ੍ਹਨ ਵਾਲੇ ਤੁਹਾਨੂੰ ਨਹੀਂ ਇਹ ਕਹਿਣ ਦਾ ਹੱਕ ਕਿਉਂ ਇਹ ਬਾਣੀ ਨੇ ਆਖਿਆ ਆਪਨ ਕੋ ਦੀਰਘ ਕਰ ਜਾਣ ਔਰਨ ਕੋ ਲਘੂ ਮਾਤ ਆਪ ਨੂੰ ਵੱਡਾ ਤੇ ਦੂਜੇ ਨੂੰ ਛੋਟਾ ਕੀ ਕਰਕੇ
ਆਖੇ ਮਨਸਾ ਵਾਚਾ ਕਰਮਨਾ, ਤਿੰਨ ਵਿਹਾਰ ਕਰਕੇ, ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ। ਇਹ ਕਹਿੰਦਾ ਜਿਹੜਾ ਤਾਂ ਮਨਸਾ ਵਾਚਾ ਕਰਮਨਾ, ਜਿਹੜਾ ਐਂ ਕਰਕੇ ਵੱਡਾ ਛੋਟਾ ਕਿਰਿਆ 'ਚ ਫਰਕ ਰੱਖਦਾ ਹੈ, ਤਾਂ ਗੁਰੂਆਂ ਨੇ ਕਿਹਾ ਮੈਂ ਦੇਖੇ ਦੋਜਕ ਜਾਤ। ਤੇ ਜਿਹੜੇ ਇਹ ਕਰਦੇ ਕਰਦੇ ਮਰ ਗਏ, ਤੇ ਇਹ ਕਿਹਨੇ ਦੱਸਿਆ ਤੁਹਾਨੂੰ ਵੀ ਉਹ ਸੱਚਖੰਡ 'ਚ ਹੈ ਤੇ ਉਹ ਸਵਰਗ 'ਚ ਬੈਠੇ ਆ? ਬਾਣੀ ਤਾਂ ਦੀ ਦੋਜਕ 'ਚ ਹੈ। ਕਿਹੜੇ? ਜਿਹੜੇ ਇਹ ਫਰਕ ਕਰਦੇ ਕਰਦੇ ਮਰ ਗਏ ਕਿ ਮੈਂ ਵੱਡਾ ਤੂੰ ਛੋਟਾ ਹੈ। ਤਾਂ ਸੰਤ ਤੁਲਸੀਦਾਸ ਜੀ ਨੇ ਇਹ ਨਾਲ ਮੇਲ ਕੀਤਾ ਬਾਣੀ ਦੇ। ਸੰਤ ਤੁਲਸੀਦਾਸ ਜੀ ਨੇ ਵੀ ਕਿਹਾ ਕਿ ਕੋ ਬੜ ਛੋਟ ਕਹਿਤ ਅਪਰਾਧੋ। ਜਿਹੜਾ ਕਹਿੰਦਾ ਇਹ ਵੱਡਾ ਮੈਂ ਛੋਟਾ, ਜਿਹੜਾ ਕਹਿੰਦਾ ਮੈਂ ਵੱਡਾ ਇਹ ਛੋਟਾ, ਦੋਨੋਂ ਹੀ ਵੱਡੇ ਛੋਟੇ ਦੀ ਭਾਵਨਾ ਹੀ ਅਪਰਾਧ ਹੈ। ਆਖੇ ਕੋ ਬੜ ਛੋਟ ਕਹਿਤ ਅਪਰਾਧੋ, ਸੁਣ ਗੁਣ ਭੇਦ ਸਮਝਾਵਤ ਸਾਧੂ। ਸੁਣੋ ਸਾਧੂ ਪੁਰਸ਼ਾਂ ਤਾਂ ਤੁਹਾਨੂੰ ਇਹਦਾ ਭੇਦ ਸਮਝਾਉਣ। ਤੇ ਕਰ ਕਰਕੇ ਲੱਖਾਂ ਲੱਖਾਂ ਦੇ ਇਕੱਠ ਤੇ ਲੋਕਾਂ ਦੇ ਕੰਨ 'ਚ ਦੇ ਕੇ ਭੇਦ ਦੀਆਂ ਗੱਲਾਂ ਤੇ ਆਉਂਦੇ ਐ, ਤੇ ਆਪਦੇ ਰਿਸ਼ਤੇ ਨਾਤੇ ਭਾਈ ਬੰਧੂਆਂ ਦੇ ਨਾਲੋਂ ਇੱਕ ਟੁਕੜਾ ਹੋਰ ਬਣਾ ਕੇ ਤੁਰੇ ਆਉਂਦੇ। ਇਹ ਬਾਣੀ ਵੇਦ ਵਿਦਾਂਤ ਇਸ ਵਾਸਤੇ ਸੀ। ਇਹ ਤਾਂ ਜਿਹੜੇ ਵਿਛੜੇ ਹੋਏ ਐ, ਮੈਂ ਸਿੱਖ ਹਾਂ ਅੰਮ੍ਰਿਤ ਧਾਰੀ, ਮੈਂ ਤੁਹਾਡੇ ਨਾਲ ਨਹੀਂ ਵਰਤਦਾ। ਕਿਉਂ? ਕਿ ਤੁਸੀਂ ਛਕਿਆ ਨਹੀਂ। ਤੁਹਾਡੇ ਨਾਲ ਨਹੀਂ ਵਰਤਦਾ, ਤੁਸੀਂ ਗੈਰ ਲੋਕ ਹੈ। ਤਾਂ ਇਹ ਤਾਂ ਇਹਨਾਂ ਦੀ ਏਕਤਾ ਵਾਸਤੇ ਗੁਰਬਾਣੀ ਸੀ। ਕਿਹੜੇ ਕਿ ਜਿਹੜੇ ਇਉਂ ਵਿਛੋੜੇ ਆ ਧਰਮੀਆਂ ਨੇ, ਵਿਛੜਿਆ ਮੇਲੇ ਪ੍ਰਭੂ। ਬਾਣੀ ਆਦੇ ਐਸਾ ਸੰਤ ਚਾਹੀਏ ਜਿਹੜੇ ਵਿਛੜਿਆਂ ਨੂੰ ਜੁਦਾ ਜੁਦਾ, ਵਾਲਿਆਂ ਨੂੰ ਨਿਆਰਿਆਂ ਨਿਆਰਿਆਂ ਨੂੰ ਏਕ ਮੇ ਕਰਾ ਦੇ। ਜੈਸੇ ਮਾਲਾਂ ਦੇ ਮਣ ਕੇ ਇੱਕ ਸੂਤ ਚ ਪਰੋਏ ਹੈ, ਜਿਹੜਾ ਚਾਰ ਖਾਣੀ ਦੇ ਜੁਗਤ ਨੂੰ ਇੱਕ ਆਤਮਾ ਸੂਤਰ ਮੈਂ ਪਰੋ ਕੇ ਸਰਬ ਵਿਸ਼ਿਸ਼ਟਤਮ, ਉਹ ਸਾਰੇ ਵਿਸ਼ਿਸ਼ਟ ਸਤਾ ਜਿਹੜੀ ਸਭ में ਮਿਲੀ ਹੋਈ ਆ ਉਹ ਏਕ ਹੈ। ਤਾਂ ਇਹ ਕਿਵੇਂ ਹੈ? ਤਾਂ ਅਸੀਂ ਵੇਖੋ ਜਾਓ ਸ਼ਬਦ ਸੁਣੋ, ਪਰ ਤੁਹਾਨੂੰ ਸੁਣਨ ਨੂੰ ਦੇਣਗੇ ਨਹੀਂ। ਕਿਉਂ? ਬਾਹਰ ਵੇਖੋ ਨਾ ਸਤਸੰਗ, ਸਤਸੰਗ ਹੋ ਰਿਹਾ ਜੀ, ਪਾਰਕ 'ਚ ਹੋ ਰਿਹਾ ਜੀ, ਪੈਲਸ 'ਚ ਹੋ ਰਿਹਾ ਜੀ, ਤੇ ਬਾਹਰ ਡਾਂਗਾਂ ਵਾਲੇ ਖੜੇ ਐ ਵੀ ਦੂਜਾ ਨਾ ਆਵੇ। ਦੂਜਾ ਤੁਹਾਨੂੰ ਦੂਜਾ ਦੇਦਾ ਤੇ ਕਿਹਦਾ ਸੰਗ ਕਰਦੇ ਆ? ਕਿਹੜਾ ਸੱਤ ਆ ਤੁਹਾਡਾ ਜਿਹਦੇ 'ਚ ਕੋਈ ਵੀ ਨਹੀਂ ਦੂਜਾ? ਵੇਦ ਨੇ ਕਿਹਾ, ਵੇਦਾਂਤ ਕਹਿੰਦਾ ਨੇ ਨਾ ਨਾ ਅਸਤੀ ਕੰਚਨ, ਕੰਚਨ ਮਾਤਰ ਦੂਜਾ ਨਹੀਂ। ਤੇ ਤੁਸੀਂ ਡਾਂਗਾਂ ਲਈ ਖੜੇ ਆ, ਚੈੱਕ ਕਰ ਕਰਕੇ ਲੰਘਣ ਦਿੰਨੇ ਆ। ਤਾਂ ਇੱਥੋਂ ਇਹ ਸਿੱਧ ਹੁੰਦਾ ਇਹ ਮਨੋਰੰਜਨ ਹੈ। ਸਾਰੇ ਸਤਸੰਗ ਨਹੀਂ ਗੇ, ਮਨੋਰੰਜਨ ਕਰਦੇ। ਹੋ ਗਿਆ ਤਿਆਰ? ਹਾਂ ਹੋ ਗਿਆ, ਖੜ ਜਾ ਜਿੰਨਾ ਹੋਣਾ। ਹੋ ਗਿਆ ਤਿਆਰ? ਬਸ ਲੀੜੇ ਪ੍ਰੈਸ ਹੋਈ ਜਾਂਦੇ। ਇਹ ਮਨੋਰੰਜਨ ਕਰਦੇ ਲੋਕ ਸਤਸੰਗਾਂ 'ਚ ਜਾ ਕੇ। ਤਾਂ ਅਸੀਂ ਦਰਸ਼ਨਾ ਮੇਰੇ ਨਾਲ ਸੀ, ਅਸੀਂ ਜਲੰਧਰ ਇੱਕ ਸਤਸੰਗ ਕਰਨ ਗਏ ਤੇ ਸਾਹਮਣੇ ਪਾਰਕ ਸੀ, ਉਹਨਾਂ ਦਾ ਉਹਦੇ 'ਚ ਇੰਤਜ਼ਾਮ ਸੀ ਤੇ ਬੈਠੇ। ਤਾਂ ਉੱਥੇ ਮੈਂ ਇਹ ਗੱਲ ਸਤਸੰਗ 'ਚ ਵੀ ਕਹੀ ਔਰ ਕਈ ਥਾਂ ਕਹੀ ਹੈ ਕਿ ਜਿਹਨੂੰ ਤੁਸੀਂ ਸਤਸੰਗ ਕਹਿੰਦੇ ਆ, ਤੁਸੀਂ ਨਾ ਸਤਸੰਗ ਸੁਣਾਉਣ ਵਾਲਾ ਜਾਣਦਾ, ਨਾ ਸਤਸੰਗ ਸੁਣਨ ਵਾਲੇ ਗਏ ਉਹ ਵੀ ਨਹੀਂ ਜਾਣਦੇ। ਇਹ ਮਨੋਰੰਜਨ ਕਰਕੇ ਖਾ ਪੀ ਕੇ ਆ ਜਾਂਦੇ। ਅੱਛਾ ਕਿਉਂ?
ਇਸ ਲਈ ਕਿ ਕਿਸੇ ਦੇ ਵਿੱਚ ਵੇਖੋ ਲੱਖ ਲੱਖ 2-2 ਲੱਖ ਸੰਤ ਲੋਕ ਨੂੰ, ਜਿਹਦੇ ਮਗਰ 2 ਲੱਖ ਬੰਦਾ ਹੈ, ਤੇ ਜੇ ਇੱਕ ਵੀ ਮਿਸ ਹੋ ਜੇ ਨਾ ਵੀ ਆਪਣਾ ਬੰਦਾ ਨਿਕਲ ਗਿਆ ਤਾਂ ਜਿਵੇਂ ਵੋਟਾਂ ਵਾਲਿਆਂ ਨੂੰ ਚਿੰਤਾ ਬਣ ਜਾਂਦੀ, ਉਹਨਾਂ ਨੂੰ ਇਦੋਂ ਵੱਡੀ ਚਿੰਤਾ ਬਣ ਜਾਂਦੀ ਹੈ। ਓ ਯਾਰ ਕਹਾਂ ਜਾਵੇ, ਕਹਾਂ ਕੋਈ ਆਵੇ, ਤੁਹਾਨੂੰ ਇਹਦੇ ਨਾਲ ਕੀ, ਇਹਨੂੰ ਬੰਨ ਕੇ ਬੈਠੇ ਹੈ। ਦੂਜਾ ਸੰਤ ਲੋਕ ਪ੍ਰਕਿਰਤੀ ਨੇ, ਪਰਮੇਸ਼ਰ ਨੇ, ਸਰਕਾਰ ਨੇ ਇਹਨੂੰ ਸੁਤੰਤਰਤਾ ਬਖਸ਼ੀ ਕਿ ਆ ਜਿਵੇਂ ਅੱਜ ਚੁਣਾਵ ਦੇ ਦਿਨ ਹੈ, ਤਾਂ ਚੁਣਾਵ ਦੇ ਦਿਨ ਆ ਵੀ ਤੂੰ ਸੁਤੰਤਰ ਹੈ ਭਾਈ। ਜਿਹੜਾ ਕੋਈ ਤੈਨੂੰ ਮਨੁੱਖ ਪਾਉਂਦਾ ਹੈ, ਚੰਗਾ ਲੱਗਦਾ ਹੈ, ਤੂੰ ਉਹਨੂੰ ਆਪਣਾ ਮਤ ਦੇ ਸਕਦਾ ਹੈ। ਤਾਂ ਇਹ ਲੋਕਾਂ ਦੇ ਪਰਿਵਾਰ ਵੀ ਸੰਤਾਂ ਨੇ ਮੁੱਠੀ 'ਚ ਲਏ ਹੈ, ਉਹਨਾਂ ਦੇ ਬਿਜ਼ਨਸ ਵੀ ਸੰਤਾਂ ਦੀ ਮੁੱਠੀ 'ਚ ਹੈ, ਤੇ ਉਹਨਾਂ ਦੀ ਜਿਹੜੀ ਇਹ ਸੁਤੰਤਰਤਾ ਇਹ ਵੀ ਸਾਰਿਆਂ ਦੀ ਮੁੱਠੀ 'ਚ ਹੈ ਵੀ ਬਾਬਾ ਜੀ ਜਿੱਧਰ ਕਹਿਣਗੇ ਉਧਰ ਪਾ ਦਿਆਂਗੇ। ਓਏ ਭਲਿਓ ਆਦਮੀਓ, ਬਾਬਾ ਜੀ ਹੋਰਾਂ ਨੇ ਤੁਹਾਡੀ ਪਰਿਵਾਰ ਵੀ ਆਪਣੀ ਮੁੱਠੀ 'ਚ ਲੈ ਲੇ, ਤੇ ਤੁਹਾਡੇ ਬਿਜ਼ਨਸ ਵੀ ਆਪਣੀ ਮੁੱਠੀ 'ਚ ਲੈ ਲੇ, ਤੇ ਜਿਹੜਾ ਤੁਹਾਨੂੰ ਸੁਤੰਤਰਤਾ ਦਿੱਤੀ ਸੀਗੀ ਮਤਦਾਨ ਦੀ, ਉਹ ਵੀ ਬਾਬਾ ਜੀ ਦੀ ਮੁੱਠੀ 'ਚ ਹੈ। ਜਿਹਨੂੰ ਆਖਣਗੇ ਉਹਦੇ ਪਾਉਣਗੇ, ਤੇ ਬਾਬਾ ਜੀ ਦੇ ਮੂਹਰੇ ਡੰਡ ਬੈਠਕਾਂ ਕੱਢਦੇ ਆ ਜਾ ਕੇ, ਕਿਉਂਕਿ ਇਹਦੀ ਮੁੱਠੀ 'ਚ ਹੈ। ਉਹ ਮੈਨੂੰ ਕਹੀ ਜੀ ਤੁਹਾਡੇ ਵਿਦਾਂਤੀ ਨੇ ਤੇ ਤੁਸੀਂ ਕਿਹਨੂੰ? ਉਹ ਭਲਾ ਆਦਮੀਓ, ਜਦੋਂ ਕੋਈ ਹੈ ਹੀ ਨਹੀਂ ਦੂਜਾ, ਆਪ ਹੀ ਆਪ ਹੂੰ। ਅਸੀਂ ਤਾਂ ਅੱਜ ਤੀਕ ਨਹੀਂ, ਉਹ ਮੈਨੂੰ ਕਹਿੰਦਾ ਮਜ਼ਾਕ ਨਾਲ, ਤਾਂਹੀਆਂ ਕਦੇ ਕਿਤੇ ਬਹਿ ਜਾਂਦੇ ਆ ਤੇ ਕਦੇ ਕਿਤੇ ਉੱਠ ਖੜਦੇ ਆ, ਤੁਹਾਡਾ ਕੋਈ ਥਾਂ ਨਹੀਂ ਠਿਕਾਣਾ ਨਹੀਂ। ਉਹ ਸਾਡਾ ਜਿਹੜਾ ਥਾਂ ਟਿਕਾਣਾ ਹੈ ਉਹ ਤੁਸੀਂ ਪਹਿਚਾਨ ਨਹੀਂ ਰਹੇ। वो कौन है? अब तो जाए चढ़े ਸਿੰਘਾਸਨ। ਉਹ ਸਾਡਾ ਸਿੰਘਾਸਨ ਹੈ। ਤੇ ਉਹ ਮੈਂ ਸਿੰਘਾਸਨ ਦੀ ਵੀ ਕਹੂੰ ਤਾਂ ਤੁਹਾਨੂੰ ਬਾਤ ਬਤਾ ਦੂੰ। ਸਿੰਘਾਸਨ, ਸਿੰਘ ਵੇਖੋ, ਮੇਰੇ ਸੱਜਣ ਸਿੰਘ ਬਹੁਤ ਜ਼ਿਆਦੇ, ਕਿ ਸਾਡਾ ਪਰਿਵਾਰ ਹੀ ਸਿੰਘਾਂ ਚੋਂ ਪੈਦਾ ਹੋਇਆ, ਇਹਨਾਂ ਦੇ ਨਾਲ ਨਾਤੇ ਰਿਸ਼ਤੇ ਸਾਰੇ ਹੈ। ਪਰ ਇਸ ਗੱਲ ਨੂੰ ਪਤਾ ਲੱਗਣਾ ਹੈ ਕਿ ਸਿੰਘ ਦਾ ਮਤਲਬ ਕੀ ਹੈ। ਕਈ ਕਹਿੰਦੇ ਵੀ ਜਿਹੜਾ ਅੰਮ੍ਰਿਤ ਛਕ ਲੇ ਉਹ ਸਿੰਘ ਹੋ ਜਾਂਦਾ ਹੈ, ਤੇ ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕੇ, ਆਓ ਵਿਖਾਵਾਂ ਕਿੰਨੇ। ਮੁਲਾਇਮ ਸਿੰਘ, ਰਾਜਨਾਥ ਸਿੰਘ, ਉਹ ਸਿੰਘ ਕਿਹਨੇ ਬਣਾਏ ਹੈ? ਸਿੰਘ ਦੀ ਪਰਿਭਾਸ਼ਾ ਕੀ ਜਾਣਦੇ ਆ? ਤਾਂ ਇਥੋਂ ਹੈਗਾ ਕਿ ਬਸ ਸ਼ੇਰ ਬਣ। ਸਿੰਘ ਅਰਥ ਹੈ ਸ਼ੇਰ, ਤੇ 90% ਜਿਹੜੇ ਸਿੰਘ ਅੰਮ੍ਰਿਤ ਛਕਦੇ ਆ ਉਹ ਸਿੰਘ ਕਹਿੰਦੇ ਆ। ਇਹ ਸਿੰਘ ਇੱਕ ਉੱਚੀ ਸੁੱਚੀ ਬਾਤ ਹੈ। ਉਹ ਕਹਿੰਦੇ ਆ, ਪਛਾਣਦੇ ਨਹੀਂਗੇ, ਆਪ ਨੂੰ ਪਸ਼ੂ ਦੀ ਸੰਗਿਆ ਦਿੰਦੇ ਆ ਵੀ ਮੈਂ ਸ਼ੇਰ ਹਾਂ। ਓਏ ਤੂੰ ਆਦਮੀ, 84 ਲੱਖ ਜੂਨ ਤੋਂ ਉੱਤੇ ਮਨੁੱਖ ਸਰੀਰ ਹੈ, ਤੇ ਤੈਨੂੰ ਸਿੰਘ ਬਣਾਤਾ ਵੀ ਸਿੰਘ ਆਖਿਆ, ਤੇ ਤੂੰ ਹੁਣ ਆਪ ਨੂੰ ਪਸ਼ੂ ਸਮਝਦਾ, ਸ਼ੇਰ। ਓਏ ਆਪਣੀ ਸੰਗਿਆ ਤਾਂ ਵੇਖ, ਕਿੱਥੇ ਮਨੁੱਖ ਸਰੀਰ, ਕਿੱਥੇ ਪਸ਼ੂ। ਮੈਂ ਸ਼ੇਰ ਹਾਂ ਤੇ ਪਸ਼ੂ ਦੀਆਂ ਰੀਸਾਂ ਕਰਦਾ। ਓਏ ਭਲਿਆ ਪਰਖੋ ਜਿੱਥੋਂ ਅੰਮ੍ਰਿਤ ਛਕਾਇਆ ਵੀ ਮੈਨੂੰ ਸਿੰਘ ਬਣਾਇਆ, ਸਿੰਘ ਦਾ ਕਿਆ ਮਾਨ ਹੈ? ਤਾਂ 90% 80% ਲੋਕ ਹੈ ਆਪ ਨੂੰ ਅੰਮ੍ਰਿਤ ਛਕ ਕੇ ਪਸ਼ੂ ਬਣ ਜਾਂਦੇ ਆ ਵੀ ਮੈਂ ਸ਼ੇਰ ਹਾਂ। ਸ਼ੇਰ ਤਾਂ ਪਸ਼ੂ ਹੈ, ਆਦਮਖੋਰ ਹੈ। ਤੁਸੀਂ ਆਦਮਖੋਰ ਹੈ। ਤਾਂ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਸੁਰਤੀ ਦੇ ਵਿੱਚ ਸਿੰਘ ਕੀ ਹੈ।
ਸਿੰਘ ਅਰਥ ਵੇਦੋਂ ਕੇ ਮਾਹੇ। ਇਹ ਸਿੰਘ ਅਰਥ ਹੈ ਜਿਹੜਾ ਇਹ ਵੇਦ ਚੋਂ ਆਇਆ ਹੈ। ਵੇਦ ਨੇ ਸਿੰਘ ਕਿਸ ਨੂੰ ਕਿਹਾ? ਆ ਜਾਨਵਰ ਪਸ਼ੂਆਂ ਨੂੰ ਮਾਰ ਕੇ ਖਾਣ ਵਾਲੇ ਨੂੰ, ਪਸ਼ੂ ਨੂੰ। ਸਿੰਘ ਅਰਥ ਵੇਦੋਂ ਕੇ ਮਾਹੇ, ਵੇਦ ਮਾਹੇ ਪਰਮਾਤਮਾ ਆਹੇ। ਸਿੰਘ ਨਾਮ ਪਰਮਾਤਮਾ ਦਾ ਹੈ। ਗੁਰੂ ਗੋਬਿੰਦ ਸਿੰਘ ਨੇ ਆਖਿਆ ਹੈ, ਸਿੱਖ ਨਾਮ ਸਿੰਘਨ ਕਾ ਧਰਾ, ਸਿੱਖਨ ਕਾ ਨਾਮ ਸਿੰਘ ਮਨ ਧਰਾ, ਜੀਵ ਤੇ ਮੈਂ ਪਰਮਾਤਮ ਕਰੈ। ਓਏ ਅੱਗੇ ਜੀਵ ਸੀ, ਮੈਂ ਇਹਨੂੰ ਸਿੰਘ ਨਾਮ ਧਰ ਕੇ ਪਰਮਾਤਮਾ ਬਣਾਤਾ। ਤੇ ਪਰਮਾਤਮਾ ਜੀ ਨੂੰ ਗੁਰੂ ਗੋਬਿੰਦ ਸਿੰਘ ਨੇ ਬਣਾਇਆ। ਇਹ 20% ਆ ਜਿਹੜੇ ਇਸ ਨੂੰ ਸਮਝ ਗਏ, 80% ਆਪ ਨੂੰ ਪਸ਼ੂ ਸਮਝੀ ਜਾਂਦੇ ਆ। ਕਿੱਡੀ ਬੁਰੀ ਗੱਲ। ਪਕੜਦਾ ਕਰੋ ਵੀ ਗੁਰੂਆਂ ਨੇ ਸਿੰਘ ਦਾ ਅਰਥ ਕੀ ਹੈ? ਸਿੰਘ ਦਾ ਅਰਥ ਹੈ ਪਰਮਾਤਮਾ। ਉਹ ਪਰਮਾਤਮ ਸਰੂਪ ਨੂੰ ਕਿਹਾ ਅਬ ਤੋ ਜਾਏ ਚੜੇ ਸਿੰਘ ਆਸਨ। ਇਹ ਸਿੰਘ ਆਸਨ ਕੀ ਕਿ ਜੀਵ ਭਟਕਦੇ ਸਾਂ, ਉਹ ਆ ਪਦਵੀ ਮੇਰੀ ਹੋ ਗਈ, ਉਹ ਸਥਾਨ ਮੇਰਾ ਹੋ ਗਿਆ ਜਿਹੜਾ ਪਰਮਾਤਮਾ ਦਾ। ਅਬ ਤੋ ਜਾਏ ਚੜੇ ਸਿੰਘ ਆਸਨ, ਮਿਲਵੋ ਸਾਰੰਗ ਪਾਣੀ। ਉਹ ਸਾਰੀ ਚਾਰ ਖਾਣੀ ਦੇ ਸ੍ਰਿਸ਼ਟੀ ਦੀ ਇੰਗ ਮੈਨਾ ਚੇਸ਼ਟਾ, ਪਾਨ ਮੈਨਾ ਹੱਥ, ਜਿਸ ਦੇ ਹੱਥ ਚ ਮੈਨਾ ਸਤਾ ਦੇ ਵਿੱਚ ਚਾਰ ਖਾਣੀ ਜਗਤ ਦੀ ਚੇਸ਼ਟਾ ਹੈ, ਮੈਂ ਉਹ ਸਰੂਪ ਹੋ ਗਿਆ। ਰਾਮ ਕਬੀਰਾ ਏਕ ਭਏ ਹੈ। ਮੈਨੂੰ ਰਾਮ ਕਹਿ ਲੋ ਚਾਹੇ ਕਬੀਰ ਕਹਿ ਲੋ। ਕਬੀਰ ਨੇ ਆਖਿਆ ਕੋਈ ਫਰਕ ਨਹੀਂ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਹਿਚਾਣੀ। ਉਹ ਕੋਈ ਗਿਆਨੀ ਪਹਿਚਾਣੂਗਾ ਵੀ ਇਹ ਪਰਮਾਤਮਾ ਕੌਣ ਹੈ। ਤਾਂ ਇਹ ਲੋਕਾਂ ਨੇ ਬਣਾਤਾ ਪਰਮਾਤਮਾ ਤਾਂ ਉਹ ਹੈ ਜੀ ਜਿਹੜਾ ਹਰਨ ਭਰਨ, ਸ੍ਰਿਸ਼ਟੀ ਦੀ ਅੱਖ ਖੋਲਣ ਸੇ ਪੈਦਾ ਕਰ ਦਿੰਦਾ ਤੇ ਅੱਖ ਮੀਚਣ ਸੇ ਬੰਦ ਕਰ ਲੈਂਦਾ। ਤਾਂ ਭਲਾ ਤੁਸੀਂ ਕੋਈ 60 ਸਾਲ ਦਾ ਹੋ ਗਿਆ, ਕੋਈ 50 ਸਾਲ ਦਾ, ਕੋਈ ਵੱਧ ਗਿਆ, ਕਿੰਨੇ ਕੁ ਵਾਰੀ ਪਰਮਾਤਮਾ ਨੇ ਅੱਖ ਮੀਚੀ ਹੈ ਤੇ ਸ੍ਰਿਸ਼ਟੀ ਖਤਮ ਹੋ ਗਈ ਤੇ ਕਿੰਨੇ ਕੁ ਵਾਰੀ ਨਿਕਲੀ ਹੈ। ਭਲਿਆ ਪਹਿਚਾਨ, ਤੇਰੀ ਅੱਖ ਮੀਚਣ ਸੇ ਸ੍ਰਿਸ਼ਟੀ ਲੈ ਹੋ ਜਾਂਦੀ ਹੈ ਔਰ ਤੂੰ ਅੱਖ ਖੋਲਦਾ ਤਾਂ ਜਾਗਰਤ ਜਗਤ ਪੈਦਾ ਹੋ ਜਾਂਦਾ। ਤੇਰੀ ਅੱਖ ਮੀਟਣ ਤੇ ਖੋਲਣ ਦੇ ਵਿੱਚ ਸਥੂਲ ਸ੍ਰਿਸ਼ਟੀ, ਤੇਰੀ ਅੱਖ ਖੋਲਣ ਮੀਚਣ ਦੇ ਵਿੱਚ ਸੂਖਮ ਸ੍ਰਿਸ਼ਟੀ, ਤੇ ਤੇਰੀਆਂ ਅੱਖਾਂ ਜਦੋਂ ਬੰਦ ਹੋ ਜਾਂਦੀਆਂ ਸਥੂਲ ਤੇ ਸੂਖਮ ਸ੍ਰਿਸ਼ਟੀ ਦੋਵੇਂ ਲੈ ਹੋ ਜਾਂਦੀਆਂ। ਤੇ ਤੈਨੂੰ ਇਸ ਗੱਲ ਨਹੀਂ ਕਿਸੇ ਨੇ ਸਮਝਾਇਆ। ਨਹੀਂ ਉਹ ਤਾਂ ਇਹਨੂੰ ਤਾਂ ਵਾਲੇ ਦਾ ਨਾਂ ਪਤਾ ਹੈ, ਨਾ ਠਾਂ ਵਾਲੇ ਦਾ ਪਤਾ ਹੈ, ਤੇ ਟਰਾਲੀਆਂ ਟਰੱਕ ਜੋੜ ਲਏ ਹੈ। ਤਾਂ ਸਾਡਾ ਇੱਕ ਸੰਤ ਹੈ, ਉਹ ਮੈਂ ਤਾਂ ਸਾਰੇ ਸੰਤਾਂ ਨੂੰ ਹੀ ਸੰਤ ਕਹਿਣਾ, ਜਿਹੜੇ ਤੁਸੀਂ ਖੇਤੀ ਬਾੜੀ ਦਿਹਾੜੀ ਦੱਪਾ ਦੁਕਾਨ ਬਿਜ਼ਨਸ ਕਰਦੇ ਤੁਸੀਂ ਵੀ ਸੰਤ ਹੈ। ਵੇਲੜ ਦਾ ਨਾ ਕੱਲੇ ਦਾ ਨਾ ਸੰਤ ਨਹੀਂਗਾ, ਕੰਮ ਕਰਨ ਵਾਲੇ ਵੀ ਸੰਤ ਹੈ, ਕਮਾ ਕੇ ਖਾਣ ਵਾਲੇ ਵੀ ਸੰਤ ਹੈ, ਤੇ ਲੋਕਾਂ ਦੇ ਕਮਾਏ ਖਾਣ ਵਾਲੇ ਜਿਹੜੇ ਇਹਨਾਂ ਦਾ ਨਾਮ ਹੀ ਸੰਤ ਹੀ ਹੈ। ਫਰਕ ਕੋਈ ਨਹੀਂਗਾ। ਤਾਂ ਫਿਰ ਅਸੀਂ ਇਹ ਕਹਾਂਗੇ ਵੀ ਮੈਂ ਵੀ ਸੰਤ ਹਾਂ। ਕਿਉਂ? ਸੰਤ ਨੂੰ ਸੰਤ ਕਿਸ ਕਰਕੇ ਕਹਿੰਦੇ? ਤੂੰ ਸੰਤ ਹੈ। ਕਿਉਂ ਸੰਤ ਹੈ ਤੂੰ? ਇਮਾਨਦਾਰੀ ਨਾਲ ਕਿਰਤ ਕਰਦਾ, ਖੂਨ ਪਸੀਨਾ ਵਹਾਉਣਾ, ਕਮਾਈ ਲਿਆ ਕੇ ਪਰਿਵਾਰ ਨੂੰ ਪਾਲਦਾ। ਜਦੋਂ ਤੇਰੀ ਨੇਕ ਕਮਾਈ ਖਾਣ ਦੇ ਨਾਲ ਉਹਨਾਂ ਦੇ ਹਿਰਦੇ ਚੋਂ ਜਿਹੜੇ ਸੰਸਕਾਰ ਸੰਕਲਪ ਉੱਠਦੇ, ਸਤਨਾਮ ਵਾਹਿਗੁਰੂ ਹਰਿ ਓਮ ਤਤ ਸਤ ਦੇ ਜਿਹੜੇ
ਲੱਖਾਂ 'ਚ ਜਾਂਦੇ, ਉਹਨਾਂ ਦੇ ਮੂੰਹ ਤਾਂ ਕਦੇ ਨਿਕਲਿਆ ਹੀ ਨਹੀਂ, ਹਿਰਦੇ 'ਚ ਉੱਠਦਾ ਹੀ ਨਹੀਂ ਵੀ ਹਰੀ ਓਮ ਤਤ ਸਤ। ਤੇ ਤੂੰ ਦਿਹਾੜੀ ਕਰਨ ਵਾਲਾ ਸੰਤ ਨਹੀਂ। ਇਹ ਭੁਲੇਖਾ ਹੈ ਕਿ ਜਿਨ੍ਹਾਂ ਨੇ ਇਸ ਚੀਜ਼ ਨੂੰ ਲਿਆ ਵੀ ਸੰਤ ਉਹ ਹੈ ਕਿ ਆਪ ਵੇਲਾ ਖਾਂਦਾ ਹੈ ਤੇ 30-40 ਨਾਲ ਵੇਲੜ ਰਲਾਏ ਹੈ ਤੇ ਲੋਕਾਂ ਦੀ ਕਮਾਈ ਆਪ ਦੇਸੀ ਘਿਓ ਨਾਲ ਖਾਂਦੇ ਹੈ ਤੇ ਉਹਨਾਂ ਨੂੰ ਆਦੇ ਵੀ ਤੂੰ ਸਰੋਂ ਦਾ ਤੇਲ ਨਾਲ ਤੜਕਾ ਲਾਈ ਤੇ ਸਾਡੇ ਆਸਤੇ ਦੇਸੀ ਘਿਓ। ਇਹ ਸੰਤ ਨਹੀਂ। ਸੰਤ ਦੀ ਪਰਿਭਾਸ਼ਾ ਜਾਣੋ। ਇਹ ਕੌਣ ਸੰਤ ਆ? ਫਿਰ ਇਹਨਾਂ ਨੂੰ ਸੰਤ ਜੀ ਸੰਤ ਜੀ। ਸੰਤ ਕਿਉਂ? ਇਹ ਤਾਂ ਮਹਾਰਾਜ ਖਵਾਉਂਦੇ ਵੀ ਮਹਾਰਾਜ ਜਿਹੜੇ ਖਵਾਉਂਦੇ ਕਿਉਂ ਖਵਾਉਂਦੇ? ਵੀ ਤੁਹਾਨੂੰ ਮੁਕਤ ਕਰਾਂਗੇ, ਤੁਸੀਂ ਮਰੋਗੇ ਤੇ ਅਸੀਂ ਉੱਥੇ ਅੱਗੇ ਬੈਠੇ ਹੋਵਾਂਗੇ। ਵੀ ਸੰਤ ਜੀ ਤੁਸੀਂ ਮਰ ਕੇ ਸਰੀਰ ਸਣੇ ਬੈਠੇ ਹੋਵੋਗੇ ਕਿ ਮਰ ਕੇ ਬੈਠੋਗੇ ਉੱਥੇ? ਤੇ ਹੁਣ ਇੱਕ ਵਾਰੀ ਗੇੜਾ ਕੱਢਿਆਗਾ ਉੱਥੇ। ਉਹ ਕਿੱਧਰ ਦੀਆਂ ਤੁਹਾਨੂੰ ਬਾਤਾਂ ਭੜਕਾ ਰਹੇ ਆ ਸੰਤ। ਤਾਂ ਵਿਚਾਰੋ ਇਹ ਉਹ ਸੰਤ ਹੈ ਅਖੇ ਚੂਹਾ ਖੱਡ ਨਾ ਮਾਵਸੀ ਪੁੱਛਲ ਬੰਨੇ ਛੱਜ। ਚੂਹੇ ਤੋਂ ਆਪ ਤਾਂ ਖੁੱਡ 'ਚ ਵੜਿਆ ਨਹੀਂ ਜਾਂਦਾ ਤੇ ਪੂਛ ਦੇ ਮਗਰ ਛੱਜ ਬੰਨ ਲਿਆ ਵੀ ਮੈਂ ਛੱਜ ਨੂੰ ਵੀ ਖੁੱਡ 'ਚ ਲੈ ਚੱਲਿਆ। ਇਹ ਆਪ ਤਾਂ ਬੰਧਨ 'ਚ ਫਿਰਦੇ ਤੇ ਡਰਦੇ ਜਦੋਂ ਮਾੜਾ ਮਾੜੀ ਗੱਲ ਤੋਂ ਸਤਨਾਮ ਸਤਨਾਮ ਇਹ ਵੀ ਕਿਉਂ ਕਰਦਾ? ਡਰਦਾ ਮਰ ਨਾ ਜਾਵਾਂ। ਤੇ ਹੁਣ ਤੂੰ ਮਰੇ ਸਰੂਪ ਨੂੰ ਸਤਨਾਮ ਆਣਾ ਕਿ ਜਿਉਂਦੇ ਸਰੂਪ ਨੂੰ ਆਣਾ? ਤਾਂ ਇਹ ਹੋਏਗਾ ਵੀ ਇਹ ਪਰਿਭਾਸ਼ਾ ਵੀ ਉਲਟ ਹੈ। ਇਹਨਾਂ ਸੰਤਾਂ ਦੇ ਨਾਲ ਪਰੋਕਸ਼ ਗਿਆਨੀ ਕਈ ਸੰਸਾਰੀ ਵਧੀਆ। ਕਿਹੜੇ? ਉੱਥੇ ਲੜਕੀ ਇੱਕ ਨਿਰਤ ਕਰਦੀ ਹੈ ਆਪਣੀ ਮੌਜ ਦੇ ਵਿੱਚ ਆਨੰਦਮੇ ਤੇ ਨਿਰਤ ਕਰਦੀ, ਵਿਹਾਰਕ ਨਿਰਤ ਕਰਦੇ ਤੇ ਪਰਮਾਰਥ ਦਾ ਪ੍ਰਤੀਪਾਦਨ ਕਰਦੇ ਆ। ਤੇ ਜਾਣ ਵਾਲੇ ਜਾਂਦੇ ਇੱਕ ਸੰਤ ਮਹਾਤਮਾ ਗਿਆ ਤੇ ਲੋਕਾਂ ਨੇ ਵੇਖਿਆ ਵੀ ਸੰਤ ਲਾ ਡਾਂਸ ਵੇਖੀ ਜਾਂਦਾ। ਸੰਤ ਜੀ ਆਦੇ ਓਏ ਭਲਿਓ ਤੁਸੀਂ ਮੈਨੂੰ ਕੀ ਵੇਖਣੇ ਆ? ਜਿਹੜਾ ਕੁਝ ਵੇਖਣ ਆਏ ਆ ਇਹ ਵੇਖੋ। ਤੋ ਇੱਕ ਉੱਠ ਕੇ ਆਦਾ ਸੰਤ ਜੀ ਭਲਾ ਅਸੀਂ ਤਾਂ ਸੰਸਾਰੀ ਇਹ ਨਿਰਤ ਨਾਚ ਵੇਖਨੇ, ਤੂੰ ਨਾਚ ਵੇਖਣਾ ਲੜਕੀ ਦਾ। ਉਹ ਆਦਾ ਯਾਰ ਮੈਂ ਬੇਵੱਸ ਹਾਂ ਕਿ ਸਾਖਸਾਤ ਸਰਸਤੀ ਨਾਚ ਕਰੀ ਜਾਂਦੀ ਹੈ। ਮੈਂ ਇਸ ਲਈ ਵੇਖ ਰਿਹਾ ਕਿ ਸਰਸਵਤੀ ਮੈਨੂੰ ਸਾਖਸ਼ਾਤ ਅਨੁਭਵ ਹੋਈ ਜਾਂਦੀ ਹੈ, ਇਸ ਲਈ ਮੈਂ ਇਹਦਾ ਨਿਰਤ ਵੇਖ ਰਿਹਾ। ਤਾਂ ਵੇਖੋ ਵੀ ਤੁਸੀਂ ਕੀ ਵੇਖਦੇ ਆ? ਤਾਂ ਉਹ ਸਾਖਸ਼ਾਤ ਨਿਰਤ ਵਾਲੇ ਵੀ ਗਏ ਤੇ ਕਿਸੇ ਨੇ ਇਹ ਸੁਣਿਆ ਤੇ ਉਹ ਵੀ ਭੱਜ ਤੁਰਿਆ ਵੀ ਯਾਰ ਵੇਖ ਕੇ ਡਾਂਸ ਹੋ ਰਿਹਾ। ਇਹਦਾ ਨਾਂ ਡਾਂਸ ਧਰਤਾ। ਸੰਸਕ੍ਰਿਤ ਭਾਸ਼ਾ 'ਚ ਨਿਰਤ ਆਦੇ ਹੈ, ਕੋਈ ਨਾਚ ਆਦੇ ਹੈ, ਉਹ ਨਵੇਂ ਨਵੇਂ ਨਾਂ ਹਨ। ਤੇ ਇੱਕ ਆਦਮੀ ਖਿੱਚ ਨਾਲ ਗਿਆ ਤੇ ਉਹਨੂੰ ਰਸਤੇ ਦੇ ਵਿੱਚ ਹਾਜਤ ਹੋਈ ਤੇ ਮਲ ਤਿਆਗਣ ਦਾ ਸੰਕਲਪ ਬਣ ਗਿਆ। ਤੇ ਮਲ ਤਿਆਗਣ ਦੇ ਸੰਕਲਪ ਦੇ ਵਿੱਚ ਤੇ ਦਵਾ ਦਾਵਾ ਤੇ ਮਲ ਤਿਆਗਣ ਲੱਗਾ। ਜਿੱਥੇ ਬੈਠਾ ਸੀਗਾ ਉਹ ਪੇੜ ਸੀ ਬੇਰੀ ਦਾ ਤੇ ਬੇਰੀ ਦੇ ਪੇੜ ਤੋਂ ਅਚਾਨਕ ਹੀ ਉਹਦੀ ਬੁੱਕਲ ਦੇ ਵਿੱਚ ਇੱਕ ਬੇਰ ਡਿੱਗਿਆ ਤੇ ਬੇਰ ਐਡਾ ਸੁੰਦਰ ਰਿਹਾ ਨਾ ਗਿਆ ਤੇ ਉਹਨੇ ਐਂ ਕਰਕੇ ਗੜਪ ਦੇਣੇ ਮੂੰਹ 'ਚ ਪਾ ਲਿਆ। ਤੇ ਨਾਲ ਦੀ ਨਾਲ ਸ਼ੰਕਾ ਬਣ ਗਈ ਯਾਰ ਮਲ ਤਿਆਗ ਦੇ ਨੂੰ ਖਾਣਾ ਨਹੀਂ ਚਾਹੀਦਾ ਸੀ, ਖਾ ਬੈਠੇ, ਚਲੋ ਕੋਈ ਨਹੀਂ। ਚਲੋ ਗਿਆ ਉਹ ਨਿਰਤਖਾਨੇ में बैठा। ਉਹ ਲੜਕੀ ਹੈ ਜਿਹੜੀ ਉਹ ਸੋਚ ਰੱਖਦੀ ਹੈ
ਉਹ ਨਿਰਤ ਕਰਦੇ ਕਰਦੀ ਆਈ ਤਾਂ ਉਸਨੇ ਇਹ ਆਵਾਜ਼ ਕਹੀ। ਉਸ ਆਦਮੀ ਦਾ ਨਾਂ ਸਭਾਨ ਮੀਆਂ ਸੀ। ਨਾਮ ਵੀ ਰਲ ਗਿਆ, ਸ਼ਬਦ ਵੀ ਰਲ ਗਿਆ। ਤੋ ਲੜਕੀ ਜਦੋਂ ਉਸ ਪਾਸੇ ਆਈ ਕੁਦਰਤੀ ਤਾਂ ਉਸਨੇ ਇਹ ਆਪਣੇ ਪਰਮਾਰਥ ਵਿਗਿਆਨ ਸਤਾ ਦੇ ਦੁਆਰਾ ਬੋਲੀ, ਅਖੇ ਸਭਾਨ ਤੇਰੀ ਬਾਤੀਆਂ ਜਾਣ ਗਈ ਰਾਮ। ਜਦੋਂ ਦੂਜੀ ਵਾਰ ਆਖਿਆ ਕਿ ਸਭਾਨ ਤੇਰੀ ਬਾਤੀਆਂ ਜਾਣ ਗਈ ਰਾਮ, ਤਾਂ ਉਹ ਸਭਾਨ ਮੀਆਂ ਨੂੰ ਸ਼ੱਕ ਪੈ ਗਿਆ ਵੀ ਮੈਂ ਮਲ ਤਿਆਗਦੇ ਨੇ ਬੇਰ ਖਾਧਾ ਸੀ। ਇਹ ਕੁੜੀ ਨੂੰ ਪਤਾ ਲੱਗ ਗਿਆ ਮੇਰਾ, ਯਾਰ ਬੜੀ ਬੁਰੀ ਬਾਤ ਹੋਈ। ਤੇ ਆਪਣੇ ਕੋਲੇ ਕੋਈ ਜਿਹੜੇ ਜੇਬ 'ਚ 4 ਛਿੱਲੜ ਸੀ ਉਹ ਚੱਕ ਕੇ ਰੱਖਤੇ ਵੀ ਇਹ ਨਾ ਦੱਸੇ ਵੀ ਇਹਨੇ ਖਾਧਾ। ਜਦੋਂ ਕਰਤੇ ਫੇਰ ਕਿਰਤ ਕਰਦੇ ਆਪਦਾ ਗਾਉਂਦੀ ਆਈ ਤਾਂ ਦੂਜੀ ਵਾਰ ਕਿਹਾ ਕਿ ਸਭਾਨ ਤੇਰੀ ਬਾਤੀਆਂ ਕਹਿ ਦੂੰਗੀ ਰਾਮ। ਤਾਂ ਸਭਾਨ ਮੀਆਂ ਨੇ ਸੁਣਿਆ ਵੀ ਇਹ ਤਾਂ ਹਟਦੀ ਨੇ ਕਹੂਗੀ, ਤਾਂ ਉਹਦੇ ਇੱਕ ਮੁੰਦਰੀ ਪਾਈ ਸੀ, ਉਹ ਲਾ ਕੇ ਚਲਾ ਕੇ ਮਾਰੀ। ਉਹ ਤਬਲੇ ਵਾਜਕਾਂ ਨੇ ਚੱਕ ਲਈ। ਦੂਸਰਾ ਗੇੜਾ ਕੱਢਦੀ ਆਈ ਤਾਂ ਉਸੇ ਪਾਸੇ ਆ ਕੇ ਉਹਦਾ ਸ਼ਬਦ ਪੂਰਾ ਹੋਵੇ। ਜਦ ਉਸ ਪਾਸੇ ਆਈ ਤਾਂ ਕਹਿਣ ਲੱਗੇ ਕਿ ਸਭਾਨ ਤੇਰੀ ਬਾਤੀਆਂ ਕਹਿ ਰਹੇ ਹੋ ਰਾਮ। ਤਾਂ ਉਹਦੇ ਕੁੜੀ ਦੇ ਮੂੰਹੋਂ ਨਿਰਤ ਕਰਨ ਵਾਲੀ ਤੇ ਇਹ ਨਿਕਲਿਆ। ਤਾਂ ਉਹ ਆਦਾ ਉੱਠ ਕੇ ਓਏ ਹਰਾਮ ਜੱਦ ਕੇ ਇਹੀ ਕਹੇਂਗੇ ਨੇ ਮਲ ਤਿਆਗਦੇ ਨੇ ਬੇਰ ਖਾ ਲਿਆ। ਉਹ ਆਦਾ ਗਜਬ ਖੁਦਾ ਦਾ, ਮੈਨੂੰ ਇਹ ਵੀ ਨਹੀਂ ਪਤਾ ਵੀ ਤੂੰ ਸਭਾਨ ਮੀਆਂ ਹੈ, ਮੈਨੂੰ ਇਹ ਵੀ ਨਹੀਂ ਪਤਾ ਵੀ ਤੂੰ ਮਲ ਤਿਆਗਦੇ ਨੇ ਬੇਰ ਖਾਧਾ ਸੀ। ਤੇ ਤੇਰੇ ਅੰਦਰ ਜਿਹੜਾ ਭਾਵਨਾ ਜਚ ਗਈ ਇਹ ਪ੍ਰਗਟ ਹੋਏ ਬਿਨਾਂ ਰਹਿ ਨਹੀਂ ਸਕਦੀ। ਤਾਂ ਇਸ ਕਰਕੇ ਕਹਿੰਦੇ ਮੈਂ ਤਾਂ ਆਪਣੇ ਪ੍ਰਭੂ ਪਰਮਾਤਮਾ ਦੀਆਂ ਬਾਤਾਂ ਬੋਲ ਰਹੀ ਹਾਂ ਕਿ ਹੇ ਪ੍ਰਭੂ ਮੈਂ ਤੇਰੀਆਂ ਸਾਰੀਆਂ ਬਾਤਾਂ ਜਾਣਦੀ ਹੂੰ ਕਿ ਤੂੰ ਸਤ ਚਿਤ ਆਨੰਦ ਸਰੂਪ ਹੈ। हे प्रभु मैं ये जानती है कि जेड़ा सत चित आनंद स्वरूप है वो मैं आत्मा ही है। हे प्रभु मैं तीसरे च कहन लगी सा कि जो सत चित आनंद स्वरूप है वो चार खाने का आदिष्टान और प्रकाश का है। मैं तो ये कहना चाहती सा तो तू आ तेरे अंदरली वासना से तेरे अंदर फुर आई। ਇਹ ਲੋਕਾਂ ਦੀਆਂ ਇਹ ਵਾਸ਼ਨਾ ਫੁਰਦੇ ਆ, ਇਹ ਵਾਸ਼ਨਾ ਮਿਟਾਉਣ ਵਾਲਾ ਸਤਸੰਗ ਕਿੱਥੇ ਹੈ? ਤਾਂ ਇਸ ਵਾਸਤੇ ਹੈਗਾ ਕਿ ਇਹ ਜਿਹੜੇ ਲੋਕ ਹੈ ਸਾਡੇ ਸਾਥੀ ਹੈ ਜਿਹੜੇ ਰੰਗ ਰੋਗਮ ਕਰਦੇ, ਦਿਹਾੜੀ ਮਜ਼ਦੂਰ ਕਰਦੇ ਤੇ ਆਹ ਚੀਜ਼ ਕਰਦੇ। ਤੇ ਉੱਥੇ ਲੋਕ ਐਸੇ ਵੀ ਹੈ ਕਿ ਜਿਹੜੇ ਬਸ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿ ਜਾਂਦੀ ਹੈ। ਇਸ ਵਾਸਤੇ ਸੋਚੋ ਇਹ ਕਿਹਾ ਸੀਗਾ ਕਿ ਆਹ ਹੈ ਵਿਦਾਂਤ ਆਤਮਾ ਦਾ ਸਰੂਪ ਸੀ। ਉਹ ਨਿਰਤ ਕਰਨ ਵਾਲੀ ਲੜਕੀ ਨੇ ਕਿਹਾ ਤੇ ਸੰਤ ਨੂੰ ਉਹ ਨਿਰਤ ਕਰਨ ਵਾਲੀ ਲੜਕੀ ਸੰਤ ਨੂੰ ਸਾਖਸ਼ਾਤ ਸਰਸਵਤੀ ਲੱਗੀ। ਤਾਂ ਵਿਚਾਰੋ ਆਪ ਨੂੰ ਕਿਆ ਲੱਗਦਾ? ਗੁਰੂਆਂ ਨੂੰ ਕੀ ਜਗਤ ਲੱਗਿਆ? ਇੱਕ ਨੇ ਕਿਹਾ ਇਹ ਵਿਸ਼ ਸੰਸਾਰ ਜੋ ਤੂੰ ਵੇਖਦੇ, ਇਹ ਵਿਸ਼ਵ ਜਿਤਨਾ ਸਮਸ਼ਟੀ ਸੰਸਾਰ ਤੁਸੀਂ ਦੇਖਦੇ ਆ ਇਹ ਕੀ ਹੈ? ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤਾਂ ਅਸੀਂ ਵਿਚਾਰਨਾ ਹੈ ਵੀ ਤੁਹਾਡੇ ਸਥਾਨ ਤੇ ਜਦੋਂ ਕੋਈ ਭੈਣ ਭਾਈ ਆਉਂਦਾ ਇਹ ਮਾਲਮ ਹੁੰਦਾ ਵੀ ਇਹ ਹਰੀ ਸਰੂਪ ਹੀ ਆ ਰਿਹਾ।
ਇਹ ਮਾਲਮ ਹੁੰਦਾ ਕਿ ਪ੍ਰਭੂ ਹੀ ਹੈ। ਤਾਂ ਇਹ ਆਏਗਾ ਕਿ ਬ੍ਰਹਮੇ ਜਨਮੇ ਪਾਰ ਬ੍ਰਹਮ। ਇਹ ਸੁਖਮਨੀ ਬਤਾਉਂਦੀ ਹੈ ਕਿ ਜਿਹੜਾ ਬ੍ਰਹਮ ਹੈ ਅਖੰਡ ਸਤਾ, ਇਹ ਹੀ ਜਨ ਰੂਪ ਵਿਅਕਤੀ ਰੂਪ ਹੋ ਕਰਕੇ ਵਿਅਸ਼ਟੀ ਰੂਪ ਹੋ ਕਰਕੇ ਮਾਲਮ ਪੜ ਰਹੀ ਹੈ। ਤੇ ਬ੍ਰਹਮੇ ਜਨ ਤੇ ਜਨਮੇ ਪਾਰ ਬ੍ਰਹਮ। ਤਾਂ ਇਹ ਮੈਂ ਥੋੜਾ ਜਿਹਾ ਸਾਵਧਾਨ ਕਰਦਾ। ਚਲੋ ਹੋ ਗਿਆ ਵੀ ਸੁਖਮਨੀ ਪੜ੍ਹਦੇ ਆ, ਪੜੋ ਇਹਨੂੰ ਟਟੋਲੋ, ਖੋਜੋ ਵੀ ਕੀ ਕਹਿ ਰਹੇ ਹੈ ਕਿ ਸੁਖਮਨੀ ਦਾ ਨਸ਼ਾ ਲੈ ਕੇ ਨਾ ਬੈਠੋ, ਸੁਖਮਨੀ ਦਾ ਗਿਆਨ ਪ੍ਰਾਪਤ ਕਰਕੇ ਮੁਕਤ ਹੋ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।